ਸਾਧ ਸੰਗਤ ਜੀ, ਕੱਲ ਆਪ ਜੀ ਨੇ ਵਿਚਾਰ ਸਰਵਣ ਕੀਤੀ ਹੈ ਕਿ ਜਦੋਂ ਬੰਦੇ ਦੇ ਕੋਲ ਗਿਆਨ ਹੋ ਜਾਂਦਾ ਤੇ ਗਿਆਨ ਦੇ ਨਾਲ ਬੰਦੇ ਦਾ ਭਲਾ ਹੋਣਾ ਚਾਹੀਦਾ। ਪਰ ਕਈ ਵਾਰੀ ਇਹ ਗਿਆਨ ਜਿਹੜਾ ਆ, ਇਹਦੀ ਵਜ੍ਹਾ ਨਾਲ ਬੰਦਾ ਆਪਣਾ ਨੁਕਸਾਨ ਕਰ ਜਾਂਦਾ। ਉਹ ਕਦੋਂ? ਜਦੋਂ ਮਨ ਵਿੱਚ ਇਹ ਹਉਮੈ ਪੈਦਾ ਹੋ ਜਾਵੇ ਕਿ ਮੇਰੇ ਕੋਲ ਗਿਆਨ ਬੜਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਥਾਂ ਥਾਂ 'ਤੇ ਪਲ ਪਲ ਸਾਡਾ ਹਉਮੈ ਵਾਲਾ ਜਿਹੜਾ ਡੇਰਾ ਹੈ ਉਹਨੂੰ ਭੰਨਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਥਾਂ ਥਾਂ 'ਤੇ ਆਖਿਆ, ਮਾਰੇ ਕਹਿੰਦੇ ਇਹੀ ਕਹਿ ਕਿ ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਖੁੰਦਕਾਰਾ। ਸਤਿਗੁਰੂ ਮੈਂ ਤੇ ਗਰੀਬ ਹਾਂ, ਬਹੁਤ ਜ਼ਿਆਦਾ ਗਰੀਬ ਹਾਂ। ਸੱਚੇ ਪਾਤਸ਼ਾਹ ਮੈਨੂੰ ਨਾ ਚੱਲਣਾ ਆਉਂਦਾ ਆ, ਇੱਦਾਂ ਕਹਿ। ਸਤਿਗੁਰੂ ਨਾ ਮੈਨੂੰ ਤੁਰਨਾ ਆਉਂਦਾ, ਨਾ ਮੈਨੂੰ ਵੇਖਣਾ ਆਉਂਦਾ, ਨਾ ਮੈਨੂੰ ਸੁਣਨਾ ਆਉਂਦਾ ਤੇ ਨਾ ਬੋਲਣਾ ਆਉਂਦਾ ਹੈ। ਜਿਵੇਂ ਬਾਣੀ ਵਿੱਚ ਆਪਾਂ ਪੜ੍ਹਦੇ ਆ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਕਹਾਂ ਬਿਸ਼ਨ ਪਦ ਗਾਵੈ ਗੂੰਗ, ਜਤਨ ਕਰੈ ਤੋ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ, ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ। ਜਾਂ ਗੁਰੂ ਸਾਹਿਬ ਕਹਿੰਦੇ, ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ। ਡੋਰਾ ਕਹਿੰਦੇ ਨੇ ਜਿਹਨੂੰ ਸਾਧ ਸੰਗਤ ਜੀ ਕੁਝ ਸੁਣਿਆ ਹੀ ਨਾ, ਕੰਨਾਂ ਤੋਂ ਬੋਲਾ ਹੋਵੇ, ਉਹਨੂੰ ਆਪਾਂ ਕੋਈ ਬੁਝਾਰਤ ਪਾਈਏ ਤੇ ਉਹਨੂੰ ਕਿਵੇਂ ਪਤਾ ਲੱਗੇਗਾ ਕਿ ਕਿਹੜੀ ਬੁਝਾਰਤ ਪਾਈਏ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ। ਪਾਤਸ਼ਾਹ ਜੀ ਕਿਰਪਾ ਕਰਨ, ਜਿੰਨਾ ਮਰਜ਼ੀ ਸਮਝਾਈ ਜਾਈਏ ਉਹਨੂੰ ਥੋੜ੍ਹਾ ਸਮਝ ਪਵੇਗੀ। ਜਾਂ ਜਿਹੜਾ ਅਕਲ ਤੋਂ ਪੈਦਲ ਆ, ਅਕਲੋਂ ਪੈਦਲ ਆ, ਉਹਨੂੰ ਵੀ ਜਿੰਨੀ ਮਰਜ਼ੀ ਬੁਝਾਰਤ ਪਾਈ ਜਾਓ, ਜਿੰਨਾ ਮਰਜ਼ੀ ਸਮਝਾਈ ਜਾਓ, ਉਹਨੂੰ ਵੀ ਸਮਝ ਕੋਈ ਨਹੀਂ ਆਉਣੀ। ਤੇ ਕਹਿ ਪਿੰਗਲ ਪਰਬਤ ਪਰ ਭਵਨ, ਜਿਹੜਾ ਪਿੰਗਲਾ ਆ ਉਹਨੂੰ ਕਹੀਏ ਪਰਬਤ 'ਤੇ ਚੜ੍ਹ, ਵੱਡੇ ਸਾਰੇ ਪਹਾੜ 'ਤੇ ਚੜ੍ਹ, ਉਹ ਕਿਵੇਂ ਚੜ੍ਹੇਗਾ? ਸਤਿਗੁਰੂ ਤੁਸੀਂ ਕਹਿੰਦੇ ਹੋ ਨਾਮ ਜਪ, ਬਾਣੀ ਪੜ੍ਹ, ਚੰਗੇ ਕੰਮ ਕਰ। ਮਹਾਰਾਜ ਸੱਚੇ ਪਾਤਸ਼ਾਹ ਇਹ ਤਾਂ ਸਾਡੇ ਲਈ ਇੱਦਾਂ ਜਿਵੇਂ ਪਹਾੜ ਦੇ ਪਰਬਤ ਦੇ ਉੱਪਰ ਚੜ੍ਹਨਾ ਹੋਵੇ ਤੇ ਅਸੀਂ ਪਿੰਗਲੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਸਾਥੋਂ ਤੇ ਬਾਣੀ ਪੜ੍ਹੀ ਨਹੀਂ ਜਾਂਦੀ, ਸਤ ਸੰਗਤ ਕੀਤਾ ਨਹੀਂ ਜਾਂਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਕਹਿੰਦੇ ਕਹਾ ਬਿਸ਼ਨ ਪਦ ਗਾਵੈ ਗੂੰਗ। ਬਿਸ਼ਨ ਪਦਿਆਂ ਨੂੰ ਗੂੰਗਾ ਕਿਵੇਂ ਗਾ ਸਕਦਾ ਹੈ? ਜਤਨ ਕਰੈ ਤਉ ਭੀ ਸੁਰ ਭੰਗ। ਕਹਿੰਦੇ ਜੇ ਉਹ ਯਤਨ ਕਰੇ ਨਾ ਬਿਸ਼ਨ ਪਦਿਆਂ ਨੂੰ ਗਾਉਣ ਦਾ, ਤੇ ਜਿਹੜੇ ਉਹਦੇ ਸੁਰ ਨੇ, ਆਵਾਜ਼ ਹੈ ਜਿਹੜੀ, ਭੰਗ ਹੋ ਜਾਵੇਗੀ। ਪਤਾ ਹੈ ਆ ਗੂੰਗਾ ਜਿਹੜਾ ਬੋਲ ਨਹੀਂ ਸਕਦਾ ਕਿਵੇਂ ਗਾਵੇਗਾ? ਕੋਈ ਸੁਰ ਨਹੀਂ ਨਿਕਲੇਗਾ ਮੂੰਹ ਦੇ ਵਿੱਚੋਂ, ਆਵਾਜ਼ ਨਹੀਂ ਨਿਕਲੇਗੀ, ਸ਼ਬਦ ਨਹੀਂ ਨਿਕਲੇਗਾ। ਆਵਾਜ਼ ਆਏਗੀ ਪਰ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਸ਼ਬਦ ਜਾਂ ਸੁਰ ਨਹੀਂ ਹੋਵੇਗੀ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਗੱਲਾਂ ਕਹਿ ਕੇ ਫਿਰ ਮਾਰੇ ਕਹਿੰਦੇ, ਕਰਤਾਰ ਹੇ ਕਰਨ ਵਾਲੇ ਪ੍ਰਭੂ ਪਰਮਾਤਮਾ ਜੀ, ਕਰੁਣਾ ਤੂੰ ਦਇਆਵਾਨ ਹੈ। ਇਸ ਕਰਕੇ ਮੈਂ ਤੇਰੇ ਅੱਗੇ ਬੇਨਤੀ ਕਰਦਾ, ਤੂੰ ਦਇਆਵਾਨ ਹੈ। ਮੈਂ ਦੀਨ ਬੇਨਤੀ ਕਰੈ, ਮੈਂ ਗਰੀਬ ਤੇਰੇ ਅੱਗੇ ਬੇਨਤੀ ਕਰਦਾ। ਕੀ ਬੇਨਤੀ? ਕਿ ਨਾਨਕ ਤੁਮਰੀ ਕਿਰਪਾ ਤਰੈ। ਮੈਂ ਤਾਂ ਤੇਰੀ ਕਿਰਪਾ ਦੇ ਨਾਲ ਧਰਨਾ, ਉੱਦਾਂ ਨਹੀਂ। ਜੇ ਤੁਸੀਂ ਮੈਨੂੰ ਕਹਿ ਦਿੱਤਾ ਬਾਣੀ ਪੜ੍ਹਿਆ ਕਰ, ਤੇ ਮੈਥੋਂ ਨਹੀਂ ਪੜ੍ਹੀ ਜਾਂਦੀ। ਸਤ ਸੰਗਤ ਕਰਿਆ ਕਰ, ਮੈਥੋਂ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਤੂੰ ਆਪ ਹੀ ਕਿਰਪਾ ਕਰ। ਮੂੰਹ ਤੋਂ ਗੂੰਗੇ, ਕੰਨਾਂ ਤੋਂ ਬੋਲੇ ਆ, ਪੈਰਾਂ ਤੋਂ ਪਿੰਗਲੇ ਆ। ਸੱਚੇ ਪਾਤਸ਼ਾਹ ਆਪ ਆਪਣੀ ਮਿਹਰ ਕਰ ਦੇਵੇ ਤੇ ਸਾਧ ਸੰਗਤ ਜੀ ਇਹ ਸਾਰਾ ਕੁਝ ਹੋ ਸਕਦਾ। ਜਿਵੇਂ ਉਹ ਬ੍ਰਾਹਮਣ ਨੂੰ ਹੰਕਾਰ ਸੀ ਗਿਆਨ ਦਾ, ਪਰ ਜਿਉਂ ਹੀ ਉਹ ਗੁਰੂ ਚਰਨਾਂ ਦੇ ਵਿੱਚ ਪਹੁੰਚ ਗਿਆ, ਸਤਿਗੁਰੂ ਨੇ ਮਿਹਰ ਕਰ ਦਿੱਤੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ
ਇਹਦੇ ਮਨ ਦਾ ਹੰਕਾਰ ਤੋੜ ਦਿੱਤਾ ਕਿ ਇਹ ਹੰਕਾਰ ਨਾ ਕਰਕੇ ਮੈਨੂੰ ਗਿਆਨ ਬੜਾ ਆ। ਇੱਥੇ ਤੇ ਬੜੇ ਬੜੇ ਵੱਡੇ ਗਿਆਨਵਾਨ ਪਏ ਹੋਏ ਆ। ਇੱਥੇ ਤੇ ਜਦੋਂ ਪ੍ਰਭੂ ਪਰਮਾਤਮਾ ਚਾਵੇ ਤੇ ਉਹ ਖਲ ਮੂਰਖ ਤੇ ਪੰਡਿਤ ਕਰਬ ਪੰਡਿਤ ਤੇ ਮੁਗਧਾਰੀ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਜੇ ਉਹ ਚਾਵੇ ਤੇ ਰਾਜੇ ਨੂੰ ਭਿਖਾਰੀ ਬਣਾ ਦਿੰਦਾ ਤੇ ਭਿਖਾਰੀ ਤੋਂ ਰਾਜ ਵੀ ਕਰਵਾ ਦਿੰਦਾ ਆ, ਜਦੋਂ ਉਹਦੀ ਬਖਸ਼ਿਸ਼ ਹੋਵੇ, ਉਹਦੀ ਕਿਰਪਾ ਵਰਤ ਜਾਵੇ। ਤੇ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਬ੍ਰਾਹਮਣ ਦਾ ਹੰਕਾਰ ਤੋੜਿਆ, ਉੱਥੇ ਸੱਜੂ ਝੋਰ ਦੇ ਵੱਲ ਵੇਖ ਕੇ ਬੜੇ ਲੋਕ ਹੈਰਾਨ ਹੋਏ ਕਿ ਤੇ ਸਿਰੇ ਦਾ ਅਨਪੜ੍ਹ ਸੀ, ਕੁਝ ਵੀ ਨਹੀਂ ਸੀ ਇਹਨੂੰ ਆਉਂਦਾ ਜਾਂਦਾ। ਇਹਦੇ ਤੋਂ ਕਿਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਗੀਤਾ ਦੇ ਅਰਥ ਕਰਵਾ ਦਿੱਤੇ, ਉਹ ਵੀ ਸੰਸਕ੍ਰਿਤ ਵਿੱਚ ਜਿਹੜਾ ਸ਼ਲੋਕ ਉਚਾਰੇ ਗਏ। ਇੰਨੀ ਔਖੀ ਭਾਸ਼ਾ ਜਿਹੜੀ ਹੈ, ਸ਼ਬਦਾਵਲੀ ਜਿਹੜੀ, ਉਹਦੇ ਅਰਥ ਕਿਵੇਂ ਕਰ ਗਿਆ ਹੈ। ਹੈਰਾਨ ਸਨ ਸਾਰੇ। ਪਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਕਹਿੰਦੇ ਸੁਣਿਆ ਮੂੜ ਚਿੱਤ ਲਾਏ ਚਤੁਰਤਾ ਆਵੇ। ਜਦੋਂ ਮਿਹਰ ਭਰੀ ਛਟੀ ਗੁਰੂ ਸਾਹਿਬ ਨੇ ਉਹਦੇ ਸਿਰ 'ਤੇ ਰੱਖੀ, ਉਹ ਛਟੀ ਦੀ ਸਾਰੀ ਕਿਰਪਾ ਹੋਈ ਆ। ਹੁਣ ਮਾਲਕ ਕਿਰਪਾ ਕਰੇ ਸਾਧ ਸੰਗਤ ਜੀ, ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਭਰਮ ਜਿਹੜੇ ਬੜੇ ਬੈਠ ਗਏ ਨੇ ਅਤੇ ਸ਼ਰਧਾ ਜਿਹੜੀ ਆ ਬਿਲਕੁਲ ਗੁਰੂ ਪ੍ਰਤੀ ਘਟਦੀ ਜਾ ਰਹੀ। ਮੈਂ ਕਹਿੰਦਾ ਜਿਹੜੇ ਗੁਰਸਿੱਖ ਨੇ ਉਹਨਾਂ ਦੀ ਸ਼ਰਧਾ ਭਾਵੇਂ ਘਟਦੀ ਜਾ ਰਹੀ, ਪਰ ਵੇਖੋ ਜਿਹੜੇ ਦੁਸ਼ਮਣ ਸਨ ਸਿੱਖੀ ਦੇ, ਜਿਹੜੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਸੀ, ਉਹਨਾਂ ਦੇ ਬਾਰੇ ਇਤਿਹਾਸ ਵਿੱਚ ਪੜ੍ਹੋ, ਉਹ ਕੀ ਗੱਲਾਂ ਕਰਦੇ ਸਨ। ਉਹ ਪੁੱਛਦੇ ਸਨ ਕਿ ਸਿੱਖ ਕਿੱਥੋਂ ਨਿਕਲੀ ਆਉਂਦੇ ਨੇ, ਇਹਨਾਂ ਵਿੱਚ ਇੰਨੀ ਦਲੇਰੀ ਕਿੱਥੋਂ ਆ, ਕਿਉਂ ਇੰਨੀ ਦਲੇਰੀ ਹੈ। ਅਤੇ ਉਹ ਇਹ ਆਂਦੇ ਸਨ ਕਿ ਜਿਹੜਾ ਇਹਨਾਂ ਕੋਲ ਹਰਿਮੰਦਰ ਸਾਹਿਬ ਸਰੋਵਰ ਆ ਨਾ, ਉਹਦੇ ਵਿੱਚ ਇਸ਼ਨਾਨ ਕਰਦੇ, ਉੱਥੋਂ ਇਹਨਾਂ ਨੂੰ ਤਾਕਤ ਮਿਲਦੀ ਹੈ। ਅਤੇ ਅੱਜ ਕੱਲ੍ਹ ਲੋਕ ਕਹੀ ਜਾਂਦੇ ਆ ਉੱਥੇ ਕਾਹਦੀ ਤਾਕਤ ਆ, ਅਤੇ ਪਾਣੀ ਹੈ। ਪਰ ਸਤਿਗੁਰੂ ਕਿਰਪਾ ਕਰੇ, ਵੇਖੋ ਆਪਣੇ ਸਿੱਖ ਜਿਹੜੇ ਗੱਲਾਂ ਇੱਦਾਂ ਕਰਦੇ ਪਏ, ਗੈਰ ਸਿੱਖ ਸਗੋਂ ਸਾਧ ਸੰਗਤ ਜੀ ਉਸਤਤੀ ਕਰਦੇ ਉਸ ਜਲ ਦੀ, ਉਸ ਅੰਮ੍ਰਿਤ ਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਾਧ ਸੰਗਤ ਜੀ ਕਹਿੰਦੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਥੇ ਇਹਦਾ ਬ੍ਰਾਹਮਣ ਦਾ ਹੰਕਾਰ ਤੋੜਿਆ, ਉੱਥੇ ਸੱਜੂ ਝੋਰ 'ਤੇ ਕਿਰਪਾ ਕੀਤੀ, ਗੀਤਾ ਦੇ ਅਰਥ ਕਰਵਾਏ। ਅੱਗੇ ਭਾਈ ਸਾਹਿਬ ਲਿਖਦੇ ਆ ਸਾਗੀ ਦੇ ਵਿੱਚ ਕਿ ਜਿੱਦਾਂ ਹੀ ਸੱਜੂ ਝੋਰ ਇੱਥੋਂ ਉੱਠ ਕੇ ਬਾਹਰ ਗਿਆ ਏ, ਅਤੇ ਉਹ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਸੀ, ਆਮ ਨੋਰਮਲ ਹੋ ਗਿਆ ਜਿੱਦਾਂ ਪਹਿਲਾਂ ਸੀ। ਸੋ ਬ੍ਰਾਹਮਣ 'ਤੇ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ। ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਹਿਰਦੇ 'ਚ ਵਸਾਏ, ਹਉਮੈ ਨੂੰ ਖਤਮ ਕਰ ਲਿਆ, ਅੰਦਰ ਵਾਲੀ ਹਉਮੈ ਨੂੰ, ਅਤੇ ਗੁਰਸਿੱਖੀ ਧਾਰਨ ਉਹਨੇ ਕੀਤੀ। ਇੱਥੋਂ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਥੋੜ੍ਹਾ ਸਮਾਂ ਹੋਰ ਰੋ ਕੇ ਫਿਰ ਮਹਾਰਾਜ ਨੇ ਅੱਗੇ ਚਾਲੇ ਪਾਏ। ਸਾਰੀ ਸੈਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਆਉਂਦੀ ਆ, ਗੁਰਸਿੱਖ ਜਿਹੜੇ ਨੇ। ਅਤੇ ਨਾਲ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਰਾਜਾ ਜੈ ਸਿੰਘ ਦਾ ਦੂਤ, ਉਹਦੇ ਨਾਲ ਕੁਝ ਹੋਰ ਬੰਦੇ ਜਿਹੜੇ ਸੇਵਾਦਾਰ ਨੇ, ਉਹ ਜਾਂਦੇ। ਚਲਦਿਆਂ ਰਸਤਾ ਤੈਅ ਕਰਦਿਆਂ ਜਿੱਥੇ ਜਿੱਥੇ ਵੀ ਸਤਿਗੁਰੂ ਪਾਤਸ਼ਾਹ ਲੰਘਦੇ ਆ, ਲੋਕ ਦਰਸ਼ਨ ਦੇ ਦਾਰੇ ਰਾਹ ਵਿੱਚੋਂ ਕਰੀ ਜਾਂਦੇ, ਨਮਸਕਾਰਾਂ ਕਰਦੇ। ਜਿਵੇਂ ਅੱਜ ਨਗਰ ਕੀਰਤਨ ਲੰਘਦਾ ਆ, ਗੁਰੂ ਗ੍ਰੰਥ ਸਾਹਿਬ ਜਾਂਦੇ, ਅਤੇ ਆਪਾਂ ਰਾਹ ਵਿੱਚ ਹੀ ਨਮਸਕਾਰਾਂ ਕਰਦੇ ਜਾਂਦੇ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਰਾਹ ਦੇ ਵਿੱਚੋਂ ਆਪਾਂ ਨਮਸਕਾਰਾਂ ਕਰਦੇ ਹਾਂ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ। ਇੱਦਾਂ ਹੀ ਉਦੋਂ ਗੁਰੂ ਸਾਹਿਬ ਜਿੱਥੋਂ ਲੰਘਦੇ ਸਨ, ਸੰਗਤਾਂ ਆਉਂਦੀਆਂ ਨੇ। ਪਹਿਲਾਂ ਤਾਂ ਆਪਾਂ ਸੁਣਿਆ ਨਾ ਕਿ ਸੰਗਤਾਂ ਮਗਰੋਂ ਵੀ ਆ ਰਹੀਆਂ ਸਨ ਅਤੇ ਮਹਾਰਾਜ ਨੂੰ ਰੋਕ ਲੈਂਦੇ ਸਨ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਨਾਲ ਬੜੀ ਸੰਗਤ ਮਗਰ ਆ ਰਹੀ, ਤੁਸੀਂ ਰੁਕ ਜਾਓ, ਦਰਸ਼ਨ ਦੇ ਜਾਓ ਉਹਨਾਂ ਨੂੰ ਵੀ। ਸੋ ਇੱਦਾਂ ਕਹਿੰਦੇ ਸਾਧ ਸੰਗਤ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਸੀ ਹੁਣ ਅਸੀਂ ਦਿੱਲੀ ਜਾ ਰਹੇ ਹਾਂ, ਰਾਹ ਵਿੱਚ ਰੁਕਣਾ ਨਹੀਂ। ਸੋ ਜਿਹੜੀ ਸੰਗਤ ਆਵੇ ਉਹਨਾਂ ਨੂੰ ਇੱਥੋਂ ਹੀ ਪੰਜੋਖਰਾ ਤੋਂ ਹੀ ਮੋੜ ਦਿਓ। ਸੋ ਇੱਦਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਚੱਲਦਿਆਂ ਜਦੋਂ ਦਿੱਲੀ ਦੇ ਨੇੜੇ ਇੱਕ ਦਿਨ ਦਾ ਪੈਂਡਾ ਰਹਿ ਗਿਆ ਨਾ, ਇੱਕ ਦਿਨ ਦਾ, ਉਦੋਂ ਗੁਰੂ ਸਾਹਿਬ ਨੇ ਇਸ ਦੂਤ ਨੂੰ ਆਖਿਆ ਕਿ ਤੂੰ ਇੱਦਾਂ ਕਰ, ਸੱਚੇ ਪਾਤਸ਼ਾਹ ਮਿਹਰ ਕਰਨ। ਪਹਿਲਾਂ ਦੂਤ ਨੇ ਆਖਿਆ ਸਤਿਗੁਰੂ ਜੀ ਤੁਹਾਡੀ ਆਗਿਆ ਹੋਵੇ ਤਾਂ ਮੈਂ ਇੱਕ ਸੇਵਾਦਾਰ ਭੇਜ ਦੇਵਾਂ। ਮਹਾਰਾਜ ਉਹ ਰਾਜਾ ਜੈ ਸਿੰਘ ਨੂੰ ਦੱਸ ਦੇਵੇਗਾ ਅਤੇ ਉਹਦੀ ਖੁਸ਼ੀ ਹੋਰ ਵੀ ਵੱਧ ਜਾਏਗੀ।
ਚਾਅ ਦੇ ਨਾਲ, ਉਤਸ਼ਾਹ ਦੇ ਨਾਲ ਮਹਾਰਾਜ ਤੁਹਾਨੂੰ ਮਿਲੇਗਾ ਤੁਹਾਡਾ ਸਵਾਗਤ ਕਰਨ ਵਾਸਤੇ। ਅਚਾਨਕ ਜੇ ਆਪਾਂ ਚਲੇ ਜਾਵਾਂਗੇ ਤੇ ਫਿਰ ਔਖਾ ਆ। ਮਹਾਰਾਜ ਸਵਾਗਤ ਤੇ ਕਰੇਗਾ, ਪਰ ਪਾਤਸ਼ਾਹ ਉਹਨੇ ਮੈਨੂੰ ਆਖਿਆ ਸੀ ਜਿੱਦਾਂ ਹੀ ਪਹੁੰਚਦੇ ਹੋਏ ਪਹਿਲਾਂ ਹੀ ਖਬਰ ਕਰ ਦੇਵੀਂ। ਜਿੱਦਾਂ ਅੱਜ ਆਪਾਂ ਕਿਤੇ ਜਾਂਦੇ ਹਾਂ, ਮੋਬਾਈਲ ਫੋਨਾਂ 'ਤੇ ਆਪਾਂ ਦੱਸ ਦਿੰਦੇ ਹਾਂ ਜੀ ਅਸੀਂ ਆ ਰਹੇ ਹਾਂ, ਅਗਲਾ ਫਿਰ ਘਰ ਹੁੰਦਾ ਆ, ਕਈ ਵਾਰੀ ਨਹੀਂ ਹੁੰਦਾ, ਜਾਂ ਅਗਲੇ ਨੇ ਕੋਈ ਤਿਆਰੀ ਕਰਨੀ ਹੁੰਦੀ ਹੈ। ਉਦੋਂ ਫੋਨ 'ਤੇ ਨਹੀਂ ਸਨ, ਪਰ ਉਦੋਂ ਤੇਜ਼ੀ ਵਾਲੇ ਸਾਧਨ ਜਿਵੇਂ ਘੋੜੇ ਹੁੰਦੇ ਆ, ਉਹਨਾਂ ਨੇ ਆਪਣੀ ਸਪੀਡ ਨਾਲ ਜਾਣਾ ਆ, ਰੱਥ ਨੇ ਆਪਣੀ ਸਪੀਡ ਨਾਲ ਜਾਣਾ, ਗੱਡੀਆਂ ਨੇ ਆਪਣੀ ਸਪੀਡ ਨਾਲ, ਅਤੇ ਜਿਹੜੇ ਪੈਦਲ ਜਾਣ ਵਾਲੇ ਉਹਨਾਂ ਨੇ ਆਪਣੇ ਸਪੀਡ ਨਾਲ ਜਾਣਾ। ਬੇੜੀਆਂ, ਕਿਸ਼ਤੀਆਂ, ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਸਨ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜਦੋਂ ਸਾਧ ਸੰਗਤ ਜੀ ਦੂਤ ਨੇ ਆਖਿਆ ਸਤਿਗੁਰੂ ਜੀ ਜਾਈਏ, ਅਸੀਂ ਬੰਦਾ ਭੇਜ ਦਈਏ ਦਿੱਲੀ ਵੱਲ, ਉਹ ਜਾ ਕੇ ਰਾਜਾ ਜੈ ਸਿੰਘ ਨੂੰ ਦੱਸ ਦੇਵੇਗਾ ਕਿ ਅਸੀਂ ਆ ਰਹੇ ਹਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਦਾਂ ਨਹੀਂ, ਤੂੰ ਆਪ ਜਾ, ਤੂੰ ਖੁਦ ਜਾ, ਅਤੇ ਨਾਲ ਉਹਨੂੰ ਸਾਰੀ ਗੱਲਬਾਤ ਸਮਝਾ ਦੇਵੀਂ ਜੋ ਤੈਨੂੰ ਸਮਝਾਇਆ। ਉਹਨੂੰ ਕਹਿ ਦੇਈਂ ਕਿ ਸਾਡੀ ਆਗਿਆ ਦੇ ਵਿੱਚ ਰਹਿ ਕੇ ਚੱਲੇ, ਸਾਨੂੰ ਕਦੇ ਵੀ ਉੱਥੇ ਇਹ ਗੱਲ ਨਾ ਕਵੇ ਕਿ ਬਾਦਸ਼ਾਹ ਮਹਾਰਾਜ ਦਰਸ਼ਨ ਮੰਗਦਾ ਆ, ਬਾਦਸ਼ਾਹ ਨੂੰ ਮਿਲੋ। ਗੁਰਮਤਿ ਤੋਂ ਉਲਟ ਨਾ ਚੱਲੇ, ਸਾਡੇ ਕਹਿਣੇ ਤੋਂ ਪਰਾਂ ਨਾ ਜਾਵੇ। ਇਹ ਸਾਰੀਆਂ ਗੱਲਾਂ ਜੋ ਤੈਨੂੰ ਸਮਝਾਈਆਂ ਨੇ, ਵਜ੍ਹਾ ਕੀ ਆ, ਉਹ ਸਾਰੀਆਂ ਗੱਲਾਂ ਜਾ ਕੇ ਉਹਨੂੰ ਦੱਸ ਦੇਵੀਂ। ਸੋ ਇਹ ਸਾਧ ਸੰਗਤ ਜੀ ਚਲਿਆ ਗਿਆ। ਦੂਤ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਜਦੋਂ ਉੱਥੇ ਪਹੁੰਚਿਆ ਰਾਜਾ ਜੈ ਸਿੰਘ ਦੇ ਕੋਲ ਦਿੱਲੀ ਵਿੱਚ, ਜਾ ਕੇ ਦੱਸਿਆ ਕਿ ਸਤਿਗੁਰੂ ਮਹਾਰਾਜ ਆ ਰਹੇ ਨੇ ਪਿੱਛੇ, ਤੁਸੀਂ ਮਹਾਰਾਜ ਦੇ ਆਉਣ ਦਾ ਸਵਾਗਤ ਕਰਨ ਵਾਸਤੇ ਤਿਆਰੀ ਕਰੋ। ਅਤੇ ਨਾਲ ਮਹਾਰਾਜ ਨੇ ਕੁਝ ਸੁਨੇਹੇ ਤੁਹਾਡੇ ਪ੍ਰਤੀ ਭੇਜੇ ਨੇ। ਉਹ ਸੁਨੇਹੇ ਇਹ ਹੈ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਨਾ ਤਾਂ ਅਸੀਂ ਔਰੰਗਜ਼ੇਬ ਬਾਦਸ਼ਾਹ ਨੂੰ ਦਰਸ਼ਨ ਦੇਣੇ ਆ, ਅਤੇ ਨਾ ਹੀ ਅਸੀਂ ਖੁਦ ਉਹਦਾ ਮੂੰਹ ਦੇਖਣਾ ਆ, ਉਹਦੇ ਮੂੰਹ ਮੱਥੇ ਨਹੀਂ ਲੱਗਣਾ। ਅਸੀਂ ਤੇਰੇ ਕਰਕੇ, ਤੇਰੀ ਖੁਸ਼ੀ, ਤੇਰਾ ਚਾਅ ਵੇਖ ਕੇ ਆਏ ਆ, ਨਾਲ ਹੋਰ ਸੰਗਤਾਂ ਦਾ ਪਾਰ ਉਤਾਰਾ ਕਰਨ ਵਾਸਤੇ ਦਿੱਲੀ ਆਏ ਆ। ਔਰੰਗਜ਼ੇਬ ਬਾਦਸ਼ਾਹ ਨੂੰ ਬਿਲਕੁਲ ਨਹੀਂ ਮਿਲਣਾ। ਇਸ ਕਰਕੇ ਤੂੰ ਗੁਰੂ ਸਾਹਿਬ ਦੇ ਨਾਲ ਔਰੰਗਜ਼ੇਬ ਬਾਦਸ਼ਾਹ ਦੀ ਗੱਲ ਨਾ ਤੋਰੀ ਕੋਈ ਵੀ। ਇਹ ਗੁਰੂ ਸਾਹਿਬ ਦਾ ਸੁਨੇਹਾ ਹੈ। ਅਤੇ ਰਾਜਾ ਜੈ ਸਿੰਘ ਜਦੋਂ ਇਹਨੂੰ ਪਤਾ ਲੱਗਾ ਮਹਾਰਾਜ ਆ ਰਹੇ ਨੇ, ਸੁਣ ਕੇ ਤੇ ਬੜਾ ਖੁਸ਼ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਕਹਿਣ ਲੱਗਾ ਗੁਰੂ ਸਾਹਿਬ ਆ ਰਹੇ ਨੇ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਉਹ ਕਹਿਣ ਲੱਗਾ ਵਾਕਿਆ ਹੀ ਜਿੱਥੇ ਵੀ ਗੁਰੂ ਸਾਹਿਬ ਜਾਂਦੇ ਹੈ, ਉੱਥੋਂ ਦੀ ਸੰਗਤ ਚਾਅ ਦੇ ਨਾਲ ਭਰ ਜਾਂਦੀ, ਜਿਵੇਂ ਉਹਨਾਂ ਵਿੱਚ ਕੋਈ ਨਵਾਂ ਉਤਸ਼ਾਹ ਪੈਦਾ ਹੋ ਜਾਂਦਾ ਹੈ ਗੁਰੂ ਸਾਹਿਬ ਦੇ ਜਾਣ ਦੇ ਨਾਲ। ਬੇਸ਼ੱਕ ਮਹਾਰਾਜ ਦੀ ਉਮਰ ਬੜੀ ਛੋਟੀ ਹੈ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਪ੍ਰਤੱਖ ਗੁਰੂ ਨਾਨਕ ਨੇ, ਕੋਈ ਭੇਦ ਨਹੀਂ ਗੁਰੂ ਸਾਹਿਬ ਦੇ ਵਿੱਚ। ਸਰੀਰ ਬਦਲਿਆ, ਪਰ ਜੋ ਗੁਰੂ ਨਾਨਕ ਦੇ ਬਾਰੇ ਸੁਣਿਆ ਉਹੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਕਰ ਹੁੰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਜਿੱਥੇ ਵੀ ਚਰਨ ਪਾਏ, ਉੱਥੇ ਸੰਗਤਾਂ ਦੇ ਇਕੱਠ ਹੋਈ ਜਾਂਦਾ। ਬੜੀ ਮੁਸ਼ਕਲ ਦੇ ਨਾਲ ਇੱਥੇ ਪਹੁੰਚੇ ਆ। ਰਾਹ ਦੇ ਵਿੱਚ ਇੰਨੀਆਂ ਜ਼ਿਆਦਾ ਸੰਗਤਾਂ ਜਿਹੜੀਆਂ ਨੇ ਉਹ ਰੋਕਦੀਆਂ ਰਹੀਆਂ। ਅਖੀਰ ਮਜਬੂਰਨ ਗੁਰੂ ਸਾਹਿਬ ਨੂੰ ਆਖਣਾ ਪਿਆ ਕਿ ਜੇਕਰ ਸੰਗਤ ਆਵੇ ਪਿੱਛੇ ਤਾਂ ਉਹਨਾਂ ਨੂੰ ਆਉਣ ਨਾ ਦਿਓ, ਉਹਨਾਂ ਨੂੰ ਕਹਿ ਦਿਓ ਇੱਥੇ ਰੁਕ ਜਾਓ। ਇੱਥੋਂ ਹੀ ਨਮਸਕਾਰ ਕਰਕੇ ਜਿਹੜੇ ਜਾਣਾ ਚਾਹੁਣ ਘਰੇ ਚਲੇ ਜਾਣ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਦਾਂ ਰਾਹ ਵਿੱਚ ਸੰਗਤਾਂ ਨੂੰ ਦਰਸ਼ਨ ਦਿੱਤੇ ਆ। ਉਹਨੇ ਸਾਰੀ ਵਾਰਤਾ ਸੁਣਾਈ ਰਾਜਾ ਜੈ ਸਿੰਘ ਨੂੰ। ਉਹਨੇ ਫਿਰ ਤਿਆਰੀ ਕਰ ਲਈ, ਅੱਗੋਂ ਵਾਂਢੀ ਮਹਾਰਾਜ ਨੂੰ ਲਿਆਉਣ ਵਾਸਤੇ ਤਿਆਰੀ ਕੀਤੀ ਹੈ। ਸਾਧ ਸੰਗਤ ਜੀ ਚਲਿਆ ਗਿਆ ਘੋੜੇ 'ਤੇ ਚੜ੍ਹ ਕੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਲਕੀ ਦੇ ਵਿੱਚ ਬਿਰਾਜੇ ਹੋਏ ਸਨ। ਉਸ ਵੇਲੇ ਪਾਲਕੀ ਦੇ ਵਿੱਚ ਜਾ ਕੇ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਭ ਤੋਂ ਪਹਿਲਾਂ ਨਮਸਕਾਰ ਕੀਤੀ, ਮਿਲਿਆ, ਬਚਨ ਥੋੜ੍ਹੇ ਜਿਹੇ ਹੋਏ ਗੁਰੂ ਸਾਹਿਬ ਦੇ ਨਾਲ। ਫਿਰ ਮਹਾਰਾਜ ਨੇ ਆਖਿਆ ਚਲੋ ਪਹਿਲਾਂ ਦਿੱਲੀ ਵੱਲ ਚੱਲਦੇ ਹਾਂ। ਉਹਨੇ ਵੀ ਆਖਿਆ ਹਾਂਜੀ ਸਤਿਗੁਰੂ ਸੱਚੇ ਪਾਤਸ਼ਾਹ ਚਲੋ ਆਪਾਂ ਪਹਿਲੇ, ਤੁਸੀਂ ਵੀ ਆਰਾਮ ਕਰ ਲਿਓ ਚੱਲ ਕੇ, ਥੋੜ੍ਹਾ ਸਮਾਂ ਕਾਫੀ ਲੰਮਾ ਪੈਂਡਾ ਤੁਸੀਂ ਕੱਟ ਕੇ ਆਏ ਹੋ। ਇੱਦਾਂ ਗੁਰੂ ਸਾਹਿਬ ਨੂੰ ਨਾਲ ਲੈ ਕੇ ਚੱਲ ਪਿਆ। ਆਪ ਘੋੜੇ 'ਤੇ ਚੜ੍ਹ ਗਿਆ ਆਗਿਆ ਲੈ ਕੇ, ਅਤੇ ਸਤਿਗੁਰੂ ਫਿਰ ਪਾਲਕੀ ਵਿੱਚ ਬਿਰਾਜਮਾਨ ਹੋ ਗਏ। ਜਿਵੇਂ ਹੀ ਦਿੱਲੀ ਨਗਰ ਵਿੱਚ ਪਹੁੰਚੇ ਨੇ, ਉੱਥੋਂ ਦੀ ਸੰਗਤ ਨੂੰ ਕਰੀਬ ਪਤਾ ਲੱਗ ਗਿਆ ਸੀ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਆ ਰਹੇ।
ਸੋ ਸਤਿਗੁਰੂ ਜੀ ਜਿਹੜੀ ਵੀ ਗਲੀ ਦੇ ਵਿੱਚੋਂ ਲੰਘਦੇ ਨੇ, ਲੋਕ ਬਾਹਰ ਆ ਜਾਂਦੇ ਗਲੀਆਂ 'ਚੋਂ, ਤੇ ਇਦਾਂ ਮੱਥਾ ਟੇਕਦੇ, ਬੜੇ ਪ੍ਰੇਮ ਦੇ ਨਾਲ ਗੁਰੂ ਜੀ ਦੇ ਦਰਸ਼ਨ ਕਰਦੇ। ਜਿੱਧਰ ਨੂੰ ਗੁਰੂ ਸਾਹਿਬ ਜਾਂਦੇ ਉੱਧਰ ਨੂੰ ਸੰਗਤਾਂ ਦਾ ਇਕੱਠ ਹੋਈ ਜਾਂਦਾ, ਮਗਰ ਵੀ ਬੜੀ ਸੰਗਤ ਚੱਲਦੀ ਪਈ। ਸੋ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਕੇ ਇੱਕ ਅਸਥਾਨ 'ਤੇ ਪਹੁੰਚੇ ਨੇ। ਉੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਿਰਾਜ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ। ਮਸੰਦ ਜਿਹੜੇ ਦਿੱਲੀ ਦੇ ਸਨ, ਉਹਨਾਂ ਸੰਗਤਾਂ ਨੂੰ ਲੈ ਆਂਦਾ ਨਾਲ। ਸੰਗਤਾਂ ਵੀ ਭੇਟਾਵਾਂ ਲੈ ਕੇ ਮਹਾਰਾਜ ਦੇ ਨਮਸਕਾਰ ਕਰਕੇ ਸਤਿਗੁਰੂ ਪਾਤਸ਼ਾਹ ਦਰਸ਼ਨ ਕਰਦੇ। ਇੱਦਾਂ ਫਿਰ ਸਾਧ ਸੰਗਤ ਜੀ ਇੱਥੋਂ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਰਾਜਾ ਜੈ ਸਿੰਘ ਜਿਹੜਾ ਆਪਣੇ ਮਹਿਲਾਂ ਦੇ ਵਿੱਚ, ਆਪਣੇ ਬੰਗਲੇ ਦੇ ਵਿੱਚ ਲੈ ਗਏ ਕਿ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਇਸ ਜਗ੍ਹਾ 'ਤੇ ਕੋਈ ਸਮੇਂ ਵਾਸਤੇ ਵਿਸ਼ਰਾਮ ਕਰਨਾ। ਸੋ ਜਿਹੜੀ ਸੰਗਤ ਆ ਰਹੀ ਸੀ, ਮਹਾਰਾਜ ਨੇ ਉਹਨਾਂ ਨੂੰ ਵੀ ਆਖਿਆ, ਭਾਈ ਤੁਸੀਂ ਅੱਜ ਸਾਨੂੰ ਮਿਲ ਲਿਆ, ਹੁਣ ਆਪਾਂ ਬਾਕੀ ਦੇ ਬਚਨ ਜਿਹੜੇ ਨੇ, ਗੱਲਾਂ ਵਿਚਾਰਾਂ ਜਿਹੜੀਆਂ ਉਹ ਕੱਲ੍ਹ ਨੂੰ ਕਰਾਂਗੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਇੱਦਾਂ ਗੁਰੂ ਸਾਹਿਬ ਕੀਰਤਪੁਰ ਤੋਂ ਚੱਲਦਿਆਂ ਦਿੱਲੀ ਪਹੁੰਚੇ। ਅਤੇ ਕੱਲ੍ਹ ਦਾ ਪ੍ਰਸੰਗ ਜਿਹੜਾ, ਦਿੱਲੀ ਪਹੁੰਚ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੋਂ ਕੀ ਬਖਸ਼ਿਸ਼ ਵਰਤਾਈ, ਕਿਉਂਕਿ ਇੱਥੋਂ ਹੀ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਸਨ। ਮਹਾਰਾਜ ਸੱਚੇ ਪਾਤਸ਼ਾਹ ਫਿਰ ਵਾਪਸ ਕੀਰਤਪੁਰ ਸਾਹਿਬ ਨਹੀਂ ਗਏ, ਬਲਕਿ ਇੱਥੋਂ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ। ਇਹ ਵਿਚਾਰਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਂਝ ਪਾਉਣ ਦਾ ਯਤਨ ਕਰਾਂਗੇ। ਸਤਿਗੁਰੂ ਆਪ ਹੀ ਕਿਰਪਾ ਕਰਕੇ ਵਿਚਾਰਾ ਕਰਵਾ ਲੈਣ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ